ਦਰਸ਼ਕੋ ਪੰਜਾਬ ਪਲੱਸ ਚੈਨਲ ਦੇ ਹੈਲਥ ਪਲੱਸ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਡਾਕਟਰ ਰਾਘਵ ਜੀ ਦੇ ਨਾਲ। ਰਾਘਵ ਵਾਧਵਾ ਇੱਕ ਐਸਾ ਨਾਮ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਸੇਵਾਵਾਂ ਦਿੱਤੀਆਂ ਅੰਮ੍ਰਿਤਸਰ ਵਿੱਚ ਆਪਣੀਆਂ ਐਜ਼ ਏ ਨਿਊਰੋ ਸਰਜਨ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਥੈਂਕ ਯੂ। ਡਾਕਟਰ ਸਾਹਿਬ ਨਿਊਰੋ ਦੀ ਡਿਪਾਰਟਮੈਂਟ ਜਿਹੜੀ ਕਿਸੇ ਸਮੇਂ ਦੇ ਉੱਪਰ ਐਂਡ ਮੰਨਿਆ ਜਾਂਦਾ ਹੁੰਦਾ ਸੀਗਾ, ਜਦੋਂ ਬੰਦੇ ਦੇ ਬ੍ਰੇਨ ਟਿਊਮਰ ਹੋ ਗਿਆ, ਬ੍ਰੇਨ ਹੈਮਰੇਜ ਹੋ ਗਿਆ ਤਾਂ ਲੋਕਾਂ ਨੂੰ ਲੱਗਦਾ ਹੁੰਦਾ ਸੀ ਵੀ ਖਤਮ ਆ ਕੰਮ। ਲੇਕਿਨ ਅੱਜ ਜਿਸ ਤਰ੍ਹਾਂ ਮੈਂਟੈਲਿਟੀ ਤੇ ਤੁਸੀਂ ਕਾਬੂ ਪਾਇਆ ਹੈਗਾ ਡਾਕਟਰਸ ਨੇ, ਕੀ ਕਹਿਣਾ ਚਾਹੋਗੇ? ਜੀ ਨੋ ਡਾਊਟ ਕਿ ਬ੍ਰੇਨ ਟਿਊਮਰ ਪਹਿਲੇ ਜ਼ਮਾਨੇ ਦੇ ਵਿੱਚ ਆਪਰੇਟ ਕਰਨਾ ਬਹੁਤ ਮੁਸ਼ਕਿਲ ਹੁੰਦਾ ਸੀ, ਔਰ ਦੂਸਰਾ ਆਪਰੇਸ਼ਨ ਤੋਂ ਬਾਅਦ ਵੀ ਉਹਦੇ ਰਿਜ਼ਲਟਸ ਸਕਸੈਸ ਬਹੁਤ ਘੱਟ ਸੀ। ਬਟ ਅੱਜ ਦੇ ਸਮੇਂ ਦੇ ਵਿੱਚ ਵਿਦ ਐਕਸਪਰਟਿਜ਼, ਵਿਦ ਨਿਊ ਇੰਸਟਰੂਮੈਂਟਸ, ਸਾਡੇ ਕੋਲ ਨਿਊਰੋ ਨੈਵੀਗੇਸ਼ਨਸ ਹੈਗੀਆਂ, ਸਾਡੇ ਕੋਲ MRI ਲੇਟੈਸਟ ਟੈਕਨੀਕਸ ਹੈਗੀਆਂ। ਸਾਰਾ ਕੁਝ ਹੋਣ ਦੇ ਕਾਰਨ ਅਸੀਂ ਇੱਕ ਟਿਊਮਰ ਨੂੰ ਪ੍ਰੋਪਰ ਵੇ ਨਾਲ ਐਕਸਰਸਾਈਜ਼ ਕਰਦੇ ਹਾਂ। ਅਸੀਂ ਉਹਦੇ ਸਪੈਸ਼ਲ ਸੈਗਮੈਂਟਸ ਜਿਹੜੇ ਬ੍ਰੇਨ ਦੇ ਹੁੰਦੇ ਆ, ਜਿਵੇਂ ਮੋਟਰ ਪਾਵਰ ਹੈ, ਸਪੀਚ ਏਰੀਆ ਹੈ, ਆਡੀਟਰੀ ਸੁਣਨ ਵਾਲਾ ਏਰੀਆ ਹੈ, ਉਹਨੂੰ ਵੀ ਅਸੀਂ ਸੇਫਗਾਰਡ ਕਰਦੇ ਹਾਂ। ਉਹਨਾਂ ਦੇ ਫਾਈਬਰਸ ਨੂੰ ਪਹਿਲੇ ਚੈੱਕ ਕਰਕੇ ਸੇਫਗਾਰਡ ਕਰਕੇ ਉਹਦੇ ਵਿੱਚੋਂ ਟਿਊਮਰ ਕੱਢ ਲੈਂਦੇ ਹਾਂ, ਤਾਂ ਕਿ ਮਰੀਜ਼ ਦਾ ਘੱਟ ਤੋਂ ਘੱਟ ਡੈਮੇਜ ਹੋ ਸਕੇ ਅਗਰ ਇਹਨਾਂ ਏਰੀਆਜ਼ ਨੂੰ ਇਨਵੋਲਵ ਕਰਦਾ ਹੈ। ਕਈ ਵਾਰੀ ਟਿਊਮਰ ਸਾਈਡ 'ਤੇ ਪਿਆ ਹੁੰਦਾ ਹੈ, ਮਨਿੰਜੋਮਾਸ ਕਰਕੇ। ਜਿਸ ਤਰ੍ਹਾਂ ਦੋ ਤਰ੍ਹਾਂ ਦਾ ਟਿਊਮਰ ਹੈ, ਕੈਂਸਰ ਹੈ ਬ੍ਰੇਨ ਦਾ, ਗਲਾਇਓਮਾ ਜਾਂ ਫਿਰ ਮਨਿੰਜੋਮਾ, ਸਾਈਡ 'ਤੇ ਪਿਆ ਹੁੰਦਾ, ਉਹਨੂੰ ਤੁਸੀਂ ਈਜ਼ੀਲੀ ਕੱਢ ਸਕਦੇ ਹੋ। ਉਹਦੇ ਵਿੱਚ ਜਿਹੜਾ ਡੈਫੀਸਿਟ ਆਇਆ ਹੁੰਦਾ ਹੈ, ਡੈਫੀਸਿਟ ਕਹਿ ਲਓ ਕਿ ਅਧਰੰਗ ਆਇਆ ਹੁੰਦਾ ਹੈ, ਆਪਰੇਸ਼ਨ ਤੋਂ ਬਾਅਦ ਇੰਪਰੂਵ ਕਰ ਜਾਂਦਾ ਹੈ। ਔਰ ਮਨਿੰਜੋਮਾ ਦੀ ਰੈਕਰੈਂਸ ਆਲਮੋਸਟ ਨਿਗਲੀਜੀਬਲ ਹੈ, 10 20 25 ਸਾਲ ਬਾਅਦ, ਕਈ ਵਾਰੀ ਆਉਂਦਾ ਹੀ ਵੀ ਨਹੀਂ ਹੈ, ਬਟ ਕਈਆਂ ਕੇਸਾਂ 'ਚ 20 ਸਾਲ ਬਾਅਦ ਦੇਖਿਆ ਗਿਆ ਆ ਜਾਂਦੇ ਆ। ਸੋ ਦੂਸਰੀ ਕਿਸਮ ਹੈਗੀ ਬ੍ਰੇਨ ਟਿਊਮਰ ਦੀ, ਗਲਾਇਓਮਾ, ਕੈਂਸਰ ਹੈ ਬ੍ਰੇਨ ਦਾ। ਉਹਦੇ ਵਿੱਚ ਜਦੋਂ ਏਰੀਆ ਇਨਵੋਲਵ ਹੋ ਗਿਆ, ਕੈਂਸਰ ਮੀਨਸ ਜੜ੍ਹਾਂ 'ਚ ਚਲਾ ਗਿਆ। ਜੜ੍ਹਾਂ 'ਚ ਜਾਣ ਦੇ ਕਾਰਨ ਡਾਕਟਰਸ ਕੀ ਕਰਦੇ ਆ, ਨਿਊਰੋ ਸਰਜਨਸ ਉਹਨੂੰ ਆਪਰੇਟ ਕਰਦੇ ਆ, ਕੱਢਦੇ ਆ, ਗ੍ਰੈਜੂਅਲੀ ਫਾਈਬਰਸ ਬਚਾਉਂਦੇ ਆ। ਫਾਈਬਰਸ ਬਚਾ ਕੇ ਅਸੀਂ ਜਿੰਨਾ ਕੁ ਅਸੀਂ ਕੱਢ ਸਕਦੇ ਹਾਂ ਮੈਕਸਿਮਮ ਅਸੀਂ ਕੱਢ ਦਿੰਦੇ ਹਾਂ। ਕਈ ਵਾਰੀ ਪੂਰਾ ਨਿਕਲ ਜਾਂਦਾ ਅਕੋਰਡਿੰਗ ਟੂ ਏਰੀਆ, ਕਈ ਵਾਰੀ ਪੂਰਾ ਨਹੀਂ ਨਿਕਲਦਾ, ਸਾਨੂੰ ਕੁਝ ਛੱਡਣਾ ਵੀ ਪੈਂਦਾ ਡੈਪਥ ਦੇ ਕਾਰਨ। ਉਸ ਤੋਂ ਬਾਅਦ ਟਿਊਮਰ ਕੱਢ ਕੇ ਅਸੀਂ ਬਾਇਪਸੀ ਕਰਾਉਂਦੇ ਹਾਂ। ਪੇਸ਼ੈਂਟ ਨੂੰ ਇੱਕ ਲਾਈਫ ਸਟਾਈਲ ਜੀਣ ਦਾ ਮੌਕਾ ਮਿਲ ਜਾਂਦਾ ਹੈ। ਨਹੀਂ ਆਪਰੇਟ ਕਰਦੇ ਬ੍ਰੇਨ ਟਿਊਮਰ ਨੂੰ ਤਾਂ ਉਹਦੇ ਨਾਲ ਉਹਦੀ ਡੈਥ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਆ। ਰੀਸੈਂਟ ਵਿਦਿਨ 3-4 ਮੰਥਸ 5 ਮੰਥਸ ਡੈਥ ਹੋ ਜਾਂਦੀ ਹੈ। ਟਿਊਮਰ ਨੇ ਗਰੋ ਕਰਨਾ ਹੈ, ਚਾਹੇ ਉਹ ਕੈਂਸਰ ਹੈ ਤੇ ਚਾਹੇ ਮਨਿੰਜੋਮਾ ਹੈ ਜਾਂ ਦੂਸਰਾ ਟਿਊਮਰ ਹੈ। ਉਹਨੇ ਗਰੋ ਕਰਨਾ, ਉਹਨੇ ਬ੍ਰੇਨ ਨੂੰ ਕੰਪਰੈਸ ਕਰ ਦੇਣਾ। ਕੰਪਰੈਸ਼ਨ ਦੇ ਨਾਲ ਨਾਰਮਲ ਫੰਕਸ਼ਨਿੰਗ ਇੰਪੇਅਰਡ ਹੋ ਜਾਂਦੀ ਹੈ। ਇੰਪੇਅਰਡ ਹੋਣ ਨਾਲ ਪੇਸ਼ੈਂਟ ਹੌਲੀ ਹੌਲੀ ਇੱਕ ਪਾਰਟ ਦਾ ਫੰਕਸ਼ਨ ਛੱਡ ਜਾਂਦਾ ਹੈ, ਲੱਤ ਬਾਂਹ ਚੱਲਣੀ ਬੰਦ ਹੋ ਜਾਂਦੀ ਹੈ, ਪੇਸ਼ੈਂਟ ਨੂੰ ਸਮਝ ਆਉਣਾ ਘੱਟ ਜਾਂਦਾ ਹੈ, ਪੇਸ਼ੈਂਟ ਬੇਹੋਸ਼ ਹੋ ਕੇ ਬੈੱਡ 'ਤੇ ਆ ਜਾਂਦਾ ਹੈ। ਔਰ ਉਸ ਤੋਂ ਬਾਅਦ ਅਗਰ ਉਹ ਫਿਰ ਨਹੀਂ ਆਪਰੇਟ ਕਰਾਉਂਦੇ ਕਰਦੇ, ਅਲਟੀਮੇਟਲੀ ਉਹਦੀ ਬੈੱਡ 'ਤੇ ਡੈਥ ਹੋ ਜਾਂਦੀ ਹੈ। ਸੋ ਮੈਂ ਬੀਇੰਗ ਏ ਨਿਊਰੋ ਸਰਜਨ ਤੁਹਾਨੂੰ ਇਹੋ ਐਡਵਾਈਸ ਕਰਾਂਗਾ ਕਿ ਟਿਊਮਰ ਜਿੰਨੀ ਜਲਦੀ ਡਿਟੈਕਟ ਕੀਤਾ ਜਾਂਦਾ ਹੈ, ਉਸ ਤੋਂ ਬਾਅਦ ਡਿਟੈਕਸ਼ਨ ਤੋਂ ਬਾਅਦ ਉਹਦਾ ਆਪਰੇਟ ਕਰਾਓ। ਆਪਰੇਟ ਕਰਾਉਣ ਤੋਂ ਬਾਅਦ ਅਗਰ ਫਰਦਰ ਕੋਰਸ ਹੈ, ਰੇਡੀਓਥੈਰੇਪੀ ਹੈ, ਕੀਮੋਥੈਰੇਪੀ ਹੈ, ਡਿਪੈਂਡ ਅਪਨ ਬਾਇਪਸੀ ਲੈ ਕੇ ਉਹਦਾ ਕੋਰਸ ਕਰਾਓ, ਤਾਂ ਕਿ ਮਰੀਜ਼ ਨੂੰ 6 ਮਹੀਨੇ ਤੋਂ ਬਾਅਦ, ਸਾਲ ਤੋਂ ਬਾਅਦ 2 3 4 ਸਾਲ ਮਿਲ ਜਾਣ ਆਪਣੀ ਜ਼ਿੰਦਗੀ ਜੀਣ ਦੇ, ਤੁਹਾਡੇ ਨਾਲ ਸਮਾਂ ਗੁਜ਼ਾਰਨ ਦੇ। ਇੱਕ ਖੁਸ਼ਹਾਲ ਫੈਮਿਲੀ ਦੇ ਵਿੱਚ ਜਿਹੜਾ ਮਰੀਜ਼ ਹੈ, ਬੰਦਾ ਆਪਣੇ ਘਰ ਰਹਿੰਦਾ ਹੈ, ਬਹੁਤ ਹੀ ਅੱਛਾ ਲੱਗਦਾ ਹੈ ਇੱਕ ਸਡਨ ਡੈਥ ਨਾਲੋਂ। ਸੋ ਜਿੰਨੀ ਜਲਦੀ ਅਸੀਂ ਉਹਨੂੰ ਡਿਟੈਕਟ ਕਰਾਂਗੇ ਵਿਦ ਲੇਟੈਸਟ ਗੈਜਟਸ, ਟਿਊਮਰਸ ਜਿਸ ਤਰ੍ਹਾਂ MRI ਦੇ ਨਾਲ, ਔਰ ਉਹਨਾਂ ਨੂੰ ਜਿੰਨੀ ਜਲਦੀ ਆਪਰੇਟ ਕਰਾਂਗੇ, ਸਾਨੂੰ ਇੱਕ ਜ਼ਿਆਦਾ ਸਮਾਂ ਮਿਲ ਜਾਂਦਾ ਆਪਰੇਟ ਕਰਨ ਜ਼ਿੰਦਗੀ ਜੀਣ ਦਾ। ਔਰ ਪੇਸ਼ੈਂਟ ਨੂੰ ਵੀ ਪਤਾ ਹੁੰਦਾ ਹੈ ਕਿ ਮੈਂ 4-5 ਸਾਲ ਹਲੇ ਹੈਗਾ। ਬਾਕੀ ਟਾਈਮ ਜਾਂ ਡੈਥ ਤੇ ਪਰਮਾਤਮਾ ਦੇ ਹੱਥ ਹੈ, ਉਹਨੂੰ ਨਹੀਂ ਅਸੀਂ ਰੋਕ ਸਕਦੇ, ਬਟ ਵੀ ਕੈਨ ਗਿਵ ਦਾ ਟਾਈਮ। ਐਸ ਫਾਰ ਯੂ ਆਰ ਕੰਸਰਨਡ, ਤੁਹਾਡੇ ਕੋਲੇ ਹੁਣ ਐਸੇ ਕਾਫੀ ਸੈਂਕੜਿਆਂ ਦੀ ਗਿਣਤੀ 'ਚ ਤੁਸੀਂ ਕੇਸ ਕਰ ਚੁੱਕੇ ਹੋ। ਔਰ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਜਿਹੜੇ ਤੁਸੀਂ ਹਸਪੀਟਲ 'ਚ ਬੈਠੇ ਹੋ, ਜਿਹੜਾ ਮਲਟੀ ਸਪੈਸ਼ਲਿਟੀ ਹੈ, ਜਿਹਦੇ ਵਿੱਚ ਮਾਡਰਨ OT ਔਰ ਸਭ ਕੁਝ ਐਸੀਆਂ ਫੈਸਿਲਿਟੀਜ਼ ਅਵੇਲੇਬਲ ਨੇ। ਕੀ ਕਹਿਣਾ ਚਾਹੋਗੇ ਕਿ ਪਾਰਵਤੀ ਹਸਪੀਟਲ ਜਿੱਥੇ ਤੁਸੀਂ ਆਪਣੀ ਸੇਵਾਵਾਂ ਦੇ ਰਹੇ ਹੋ, ਜਿਹੜਾ ਕਿ ਇੱਕ ਬਹੁਤ ਹੀ ਵਧੀਆ ਹਸਪੀਟਲ ਹੈ, ਲੇਟੈਸਟ ਇਕਵਿਪਮੈਂਟਸ ਹੈਗੀਆਂ, ਔਰ ਤੁਹਾਡੇ ਵਰਗੇ ਡਾਕਟਰ ਦਾ ਐਕਸਪੀਰੀਅੰਸ, ਕੀ ਕਹਿਣਾ ਚਾਹੋਗੇ ਕਿ ਮਲਟੀ ਸਪੈਸ਼ਲਿਟੀ ਹੋਣ ਦੇ ਨਾਲ, ਕਿਉਂਕਿ ਨਿਊਰੋ ਵਾਲਾ ਪੇਸ਼ੈਂਟ ਆ, ਉਹ ਹਾਰਟ ਦਾ ਵੀ, ਉਹਦੇ 'ਚ ਹੋਰ ਵੀ ਜਿਹੜੀਆਂ ਕੰਪਲੀਕੇਸ਼ਨ ਹੁੰਦੀਆਂ, ਔਰ ਉਹ ਸਾਰਾ ਕੁਝ ਤੁਹਾਡੇ ਇੱਥੇ ਮੌਜੂਦ ਹੈ, ਜਿਹਦੇ ਨਾਲ ਕਿ ਪੇਸ਼ੈਂਟ ਨੂੰ ਅਸੀਂ ਬਹੁਤ ਘੱਟ ਤੋਂ ਘੱਟ ਖਤਰਾ ਹੋ ਜ਼ਿੰਦਗੀ। ਬਿਲਕੁਲ ਸਹੀ ਗੱਲ ਕੀਤੀ ਹੈ ਤੁਸੀਂ। ਮਲਟੀ ਸਪੈਸ਼ਲਿਟੀ ਹਸਪੀਟਲ ਦਾ ਇੱਕ ਫਾਇਦਾ ਇਹ ਹੁੰਦਾ ਹੈ ਕਿ ਉਹਦੇ ਅੰਦਰ ਹਰ ਤਰ੍ਹਾਂ ਦੇ ਡਿਪਾਰਟਮੈਂਟਸ ਹੁੰਦੇ ਆ। ਕਾਰਡਿਕ ਵੀ ਹੈ, ਜਨਰਲ ਸਰਜਰੀ ਵੀ ਹੈ, ਔਂਕੋ ਸਰਜਰੀ ਵੀ ਹੈ, ਔਂਕੋਲੋਜਿਸਟ ਵੀ ਹੁੰਦੇ ਸਾਡੇ ਕੋਲ, ਨਿਊਰੋ ਸਰਜਨ ਪਲੱਸ ਨਿਊਰੋਲੋਜੀ ਵੀ ਹੁੰਦੀ ਹੈ ਸਾਡੇ ਕੋਲ। ਮਲਟੀ ਸਪੈਸ਼ਲਿਟੀ ਦੇ ਵਿੱਚ ਹੀ ਬੈਠ ਕੇ ਤੁਸੀਂ ਇਸ ਚੀਜ਼ ਨੂੰ ਆਪਰੇਟ ਕਰਨਾ, ਜਾਂ ਫਿਰ ਹੋਲੀ ਸੋਲੀ ਨਿਊਰੋ ਹਸਪੀਟਲ ਹੋਵੇ ਜਿਹਦੇ ਵਿੱਚ ਨਿਊਰੋ ਦੀ ਹੀ ਸਾਰੀ ਡਿਵੀਜ਼ਨ ਹੋਵੇ, ਮਸ਼ੀਨਸ, ਗੈਜਟਸ, ਡਿਪਾਰਟਮੈਂਟ, ਸਾਰਾ ਕੁਝ ਅਵੇਲੇਬਲ ਹੋਣ ਦੇ ਕਾਰਨ ਅੱਛੇ ਰਿਜ਼ਲਟਸ ਮਿਲਦੇ ਆ, ਜਲਦੀ ਡਿਟੈਕਸ਼ਨ ਹੁੰਦੀ ਹੈ। ਔਰ ਇੱਕ ਜਿਹੜਾ ਰਿਸਕ ਹੈ ਇੱਕ ਛੋਟੇ ਸੈਂਟਰ 'ਤੇ ਆਪਰੇਟ ਕਰਨ ਦਾ, ਸਰਜਨ ਨੂੰ ਵੀ ਰਿਸਕ ਹੈ, ਈਵਨ ਹਸਪੀਟਲਸ ਨੂੰ ਵੀ ਰਿਸਕ ਰਹਿੰਦਾ, ਸਰਜਨ ਨੂੰ ਵੀ ਰਿਸਕ ਰਹਿੰਦਾ ਕਿ ਮੈਂ
ਛੋਟੇ ਸੈਂਟਰ ਤੇ ਆਪਰੇਟ ਕਰ, ਮੇਰੇ ਕੋਲ ਮਾਈਕਰੋਸਕੋਪ ਨਹੀਂ ਹੈਗਾ, ਹਾਊ ਕੈਨ ਯੂ ਆਪਰੇਟ ਵਿਦਆਊਟ ਮਾਈਕਰੋਸਕੋਪ। ਵੱਡੇ ਸੈਂਟਰ ਦੇ ਵਿੱਚ ਤੁਹਾਡੇ ਕੋਲ ਅਗਰ ਮਾਈਕਰੋਸਕੋਪ ਹੈ, ਕਿਊਸਾ ਮਸ਼ੀਨ ਆਉਂਦੀ ਹੈ ਜਿਹਦੇ ਨਾਲ ਟਿਊਮਰ ਆਪਣੇ ਆਪ ਹੀ ਖਿੱਚਿਆ ਜਾਂਦਾ, ਸਾਨੂੰ ਲੋੜ ਨਹੀਂ ਪੈਂਦੀ ਜ਼ਿਆਦਾ ਕੁਝ ਕਰਨ ਦੀ, ਆਰਾਮ ਨਾਲ ਟਿਊਮਰ ਨਿਕਲ ਜਾਂਦਾ ਹੈ। ਨਾਰਮਲ ਬ੍ਰੇਨ ਵੱਖਰਾ, ਨਾਰਮਲ ਸਪਾਈਨ ਵੱਖਰੀ। ਸਪਾਈਨ ਦੇ ਟਿਊਮਰਸ ਜਿਹੜੇ ਨੇ ਉਹ ਵੀ ਬੜੇ ਹੀ ਮੈਟਾਕੂਲਸ ਤਰੀਕੇ ਨਾਲ ਆਪਰੇਟ ਕਰਨੇ ਪੈਂਦੇ, ਕਿਉਂਕਿ ਜਿਹੜੀ ਸਪਾਈਨ ਹੈ ਉਹਦੇ ਨਾਲ ਲੱਤਾਂ ਚੱਲਦੀਆਂ, ਸਾਡੀ ਬਾਂਹ ਚੱਲਦੀ ਹੈ ਬ੍ਰੇਨ ਤੋਂ ਕਰੰਟ ਆਉਣ ਤੋਂ ਬਾਅਦ। ਸੋ ਇਹ ਡਿਪਾਰਟਮੈਂਟ ਹੀ ਸਾਡਾ ਨਿਊਰੋ ਸਰਜਰੀ ਦਾ ਬੜਾ ਹੀ ਇਲੋਕੁਐਂਟ ਕਹਿ ਲਓ ਕਿ ਬੜਾ ਹੀ ਜਿਹੜਾ ਡਿਪਾਰਟਮੈਂਟ ਸਾਡੀ ਜ਼ਿੰਦਗੀ ਨਾਲ ਅਟੈਚ ਹੈ। ਅਗਰ ਕਿ not even an error of 0.05% you can do that. if you will make the error, ਉਹਦੇ ਨਾਲ error ਦੇ ਨਾਲ ਪੇਸ਼ੈਂਟ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ, ਕਿਸੇ ਦੀ ਲੱਤ ਰਹਿ ਜਾਂਦੀ ਹੈ, ਬਾਂਹ ਰਹਿ ਜਾਂਦੀ ਹੈ, ਦੋਨੋਂ ਲੱਤਾਂ ਵੀ ਰਹਿ ਸਕਦੀਆਂ। ਸੋ ਬੜੇ ਧਿਆਨ ਨਾਲ ਡੈਲੀਕੇਸੀ ਨਾਲ ਆਪਰੇਟ ਕਰਨਾ ਪੈਂਦਾ, ਮੈਟੀਕੂਲਸ ਸਰਜਰੀਜ਼ ਕਰਨੀਆਂ ਪੈਂਦੀਆਂ ਤਾਂ ਕਿ ਪੇਸ਼ੈਂਟ ਨੂੰ ਅੱਛੇ ਰਿਜ਼ਲਟਸ ਮਿਲ ਸਕਣ। ਸੋ ਮਲਟੀ ਸਪੈਸ਼ਲਟੀ ਹਸਪੀਟਲ ਦੇ ਵਿੱਚ ਆ ਕੇ ਇਹ ਸਾਰੀ ਫੈਸਿਲਿਟੀਜ਼ ਅਵੇਲੇਬਲ ਹੋ ਜਾਂਦੀ ਹੈ। ਡਾਕਟਰ ਸਾਹਿਬ, ਜੇ ਆਪਾਂ ਗੱਲ ਕਰ ਲਈਏ ਰੀੜ੍ਹ ਦੀ ਹੱਡੀ ਦਾ, ਕਿਸੇ ਟਾਈਮ ਦੇ ਉੱਤੇ ਰੀੜ੍ਹ ਦੀ ਹੱਡੀ ਦੇ ਜਿਹੜੇ ਪੇਸ਼ੈਂਟਸ ਹੈਗੇ ਉਹਨਾਂ ਨੂੰ ਵੀ ਇਹ ਮੰਨਿਆ ਜਾਂਦਾ ਸੀਗਾ ਕਿ ਇਹ ਪੇਸ਼ੈਂਟ ਬਾਅਦ 'ਚ ਉੱਠੂਗਾ ਨਹੀਂ, ਲੇਕਿਨ ਜਿਸ ਤਰੀਕੇ ਦੇ ਨਾਲ ਹੁਣ ਮਾਡਰਨ ਸਾਇੰਸ, ਮਾਡਰਨ ਤੁਸੀਂ ਬਹੁਤ ਛੋਟੇ ਚੀਰੇ ਦੇ ਨਾਲ ਸਪਾਈਨ ਦੀਆਂ ਸਰਜਰੀਜ਼ ਕਰ ਰਹੇ ਹੋ ਔਰ ਬੜੇ ਸਕਸੈਸਫੁਲ ਕਰ ਰਹੇ ਹੋ, ਤੁਸੀਂ ਆਪਣੇ ਹੱਥਾਂ 'ਚੋਂ ਬਹੁਤ ਜ਼ਿਆਦਾ ਪੇਸ਼ੈਂਟ ਅੱਜ ਕੱਢ ਚੁੱਕੇ ਹੋ। ਕੀ ਕਹਿਣਾ ਚਾਹੋਗੇ ਕਿ ਅੱਜ ਉਹ ਰੀੜ੍ਹ ਦੀ ਹੱਡੀ ਦੇ ਪੇਸ਼ੈਂਟ ਲਈ ਉਹ ਨਹੀਂ ਰਹਿ ਗਏ ਜਦੋਂ ਤੁਹਾਨੂੰ ਕੁਝ ਨਹੀਂ ਪਤਾ ਲੱਗਦਾ ਸੀਗਾ? ਅੱਜ ਤਾਂ ਬਿਲਕੁਲ ਇਹ ਇੱਕ ਸਿੰਪਲ ਆਪਰੇਸ਼ਨ ਹੋ ਗਿਆ ਜਿਹਦੇ 'ਚ ਵੱਡੇ ਚੀਰੇ ਨਹੀਂ, ਵੱਡਾ ਖੂਨ ਦਾ ਤੁਹਾਡਾ ਲਾਸ ਨਹੀਂ, ਤੁਹਾਡਾ ਕੋਈ ਵੱਡਾ ਸਟੇ ਨਹੀਂ ਹੈਗਾ ਹਸਪੀਟਲ ਦੇ ਵਿੱਚ। ਇਹ ਨਹੀਂ ਹੈ ਵੀ ਤੁਸੀਂ ਸਾਰੀ ਜ਼ਿੰਦਗੀ ਮੰਜੇ ਤੇ ਪੈ ਰਹੋਗੇ। ਬਿਲਕੁਲ, ਤੁਸੀਂ ਗਰਗ ਸਾਹਿਬ ਬਿਲਕੁਲ ਸਹੀ ਐਡਰੈਸ ਕੀਤਾ ਹੈ। ਸਪਾਈਨ ਸਰਜਰੀਜ਼ ਬਹੁਤ ਇਵੋਲਵ ਕਰ ਚੁੱਕੀਆਂ ਅੱਗੇ। ਦੋ ਤਰ੍ਹਾਂ ਦੀਆਂ ਸਪਾਈਨ ਸਰਜਰੀਜ਼ ਹੈ, ਓਪਨ ਸਰਜਰੀਜ਼ ਔਰ ਇੱਕ ਐਂਡੋਸਕੋਪਿਕ ਸਰਜਰੀ। ਐਂਡੋਸਕੋਪਿਕ ਦੇ ਵਿੱਚ 1 ਮਿਲੀਮੀਟਰ ਦਾ ਇਨਸੀਜ਼ਨ ਲਗਾਉਂਦੇ ਆ ਪੇਸ਼ੈਂਟ ਨੂੰ। ਯੰਗ ਪੇਸ਼ੈਂਟਸ ਜਿਹੜੇ ਬੋਡੀ ਬਿਲਡਰਸ, ਜਿਮਰਸ ਹੈ, ਜਾਂ ਫਿਰ ਕਿਸੇ ਦਾ ਆਫਟਰ ਗਿਰਨ ਤੋਂ ਬਾਅਦ ਉਹਦੇ ਸਪਾਈਨ ਦੀ ਡਿਸਕ ਬਾਹਰ ਆ ਗਈ ਹੈ, ਉਹਨੂੰ ਅਸੀਂ ਛੋਟੇ ਜਿਹੇ ਇਨਸੀਜ਼ਨ ਦੇ ਨਾਲ ਅੰਦਰ ਜਾ ਕੇ ਐਂਡੋਸਕੋਪ ਲਗਾ ਕੇ ਡਿਸਕ ਕੱਢ ਲਿਆਉਂਦੇ ਹਾਂ ਬਾਹਰ, ਔਰ ਉਸੇ ਦਿਨ ਹੀ ਸ਼ਾਮ ਤੱਕ ਉਹਨੂੰ ਘਰ ਭੇਜ ਦਿੰਦੇ ਹਾਂ। ਵਾਕਿੰਗ ਪੇਸ਼ੈਂਟ ਡਿਸੇਬਿਲਿਟੀ ਚਾਹੁੰਦਾ ਹੈ, ਵਾਕ ਕਰਕੇ ਘਰ ਚਲੇ ਜਾਂਦਾ, ਵੰਡਰਫੁਲ ਰਿਜ਼ਲਟਸ ਹੈ। ਦੂਸਰਾ ਕੇਸ ਆਉਂਦਾ ਸਾਡੇ ਕੋਲ ਓਲਡ ਏਜ ਪੇਸ਼ੈਂਟਸ ਜਿਨ੍ਹਾਂ ਦੇ ਵਿੱਚ ਫੇਸਟਸ ਜੁਆਇੰਟ ਸਪਾਈਨ ਦੇ ਔਰ ਸਪਾਈਨਲ ਕੈਨਾਲ ਬਹੁਤ ਨੈਰੋ ਹੋ ਚੁੱਕੀ ਹੁੰਦੀ ਹੈ। ਅਸੀਂ ਉਹਨਾਂ ਨੂੰ ਐਂਡੋਸਕੋਪਿਕਲੀ ਆਪਰੇਟ ਨਹੀਂ ਕਰਦੇ, ਅਸੀਂ ਓਪਨ ਸਰਜਰੀ ਕਰਦੇ, ਬਟ ਓਪਨ ਸਰਜਰੀ ਦੇ ਵੀ ਇਨਸੀਜ਼ਨ ਲਿਮਿਟਿਡ ਹੋ ਗਏ ਹੈ। ਚੀਰਾ ਜਿਹੜਾ ਕਹਿ ਰਹੇ ਉਹ ਬਿਲਕੁਲ ਲਿਮਿਟਿਡ ਹੋ ਗਿਆ। ਟੂ ਦਾ ਪੁਆਇੰਟ ਅਸੀਂ ਲਗਾਉਣਾ, ਟੂ ਦਾ ਪੁਆਇੰਟ ਅੰਦਰ ਜਾਣਾ, ਮਾਈਕਰੋਸਕੋਪ ਓਪਨ ਕਰ ਲੈਣੇ ਨੇ, ਮਾਈਕਰੋਸਕੋਪ ਨਾਲ ਅਸੀਂ ਲੈਮਿਨੈਕਟਮੀਜ਼ ਕਰਕੇ ਅੰਦਰ ਜਾ ਕੇ ਸਪਾਈਨ ਕੌਰਡ ਪਿੱਛੇ ਕਰਕੇ ਡਿਸਕ ਕੱਢ ਦੇਣਾ, ਜਾਂ ਫਿਰ ਫੇਸਟਸ ਦੀ ਹਾਈਪਰਟ੍ਰੋਫੀ ਹੈ ਉਹਨੂੰ ਰਿਮੂਵ ਕਰ ਦੇਣੀ ਹੈ। ਸੋ ਔਰ ਅੱਜ ਕੱਲ੍ਹ ਤਾਂ ਪਰਕੋਟੇਨੀਅਸ ਸਕਰੂਜ਼ ਦੀ ਟੈਕਨੀਕਸ ਵੀ ਆ ਚੁੱਕੀਆਂ ਕਿ ਪਰਕੋਟੇਨੀਅਸ ਮਤਲਬ ਚਮੜੀ ਦੇ ਉੱਤੋਂ ਹੀ ਅੰਦਰ ਮਰੀਜ਼ ਦੇ ਅੰਦਰ ਜਾ ਕੇ ਸਕਰੂ ਫਿਕਸ ਕਰ ਦਿੰਦੇ ਹਾਂ ਅਸੀਂ, ਸਾਨੂੰ ਚੀਰੇ ਦੀ ਵੀ ਲੋੜ ਨਹੀਂ ਪੈਂਦੀ ਹੈ। ਸੋ ਇਹ ਸਰਜਰੀਜ਼ ਮੈਨੂੰ 10 ਸਾਲ ਹੋ ਗਏ, 10 years, long years I am operating into the spine and brain। 10 ਸਾਲ ਤੋਂ ਮੈਂ ਸਪਾਈਨ ਤੇ ਬ੍ਰੇਨ ਦੀ ਸਰਜਰੀ ਕਰ ਰਿਹਾ। ਬੜਾ ਹੀ ਇਨਵੋਲਵਮੈਂਟ ਆ ਚੁੱਕੀ ਹੈ, ਬਹੁਤ ਹੀ ਅੱਧੇ ਘੰਟੇ ਦੇ ਵਿੱਚ ਅਸੀਂ ਸਪਾਈਨ ਸਰਜਰੀ ਕਰਦੇ ਹਾਂ, ਹਾਫ ਐਨ ਆਵਰ, 1 hour ਅਕੋਰਡਿੰਗ ਟੂ ਦ ਕੇਸਿਸ, ਔਰ ਇੰਨੀ ਟੈਕਨੀਕਸ ਫਾਸਟ ਹੋ ਜਾਂਦੀਆਂ, ਪੇਸ਼ੈਂਟ ਨੂੰ ਰਿਜ਼ਲਟ ਅੱਛੇ ਮਿਲਦੇ ਆ। ਏਜ ਇਜ਼ ਨੋ ਲਿਮਿਟ, ਨੋ ਲਿਮਿਟ। ਪਹਿਲੇ ਲੋਕ ਸੋਚਦੇ ਸੀ ਕਿ 70 ਸਾਲ ਦੀ ਏਜ ਆ ਗਈ ਹੈ, ਹੁਣ ਅਸੀਂ ਆਪਰੇਟ ਨਹੀਂ ਕਰਾਉਣਾ, ਕਿਉਂ ਆਪਰੇਟ ਕਰਾਵਾਂਗੇ ਮੰਜੇ ਤੇ ਬਹਿ ਕੇ ਲੱਤਾਂ ਨਹੀਂ ਚੱਲਣਗੀਆਂ, ਬਟ ਉਲਟਾ ਹੋ ਗਿਆ, ਅਦਰ ਵੇ ਅਰਾਊਂਡ। ਪ੍ਰੋਬਲਮ ਸਪਾਈਨ ਦੀਆਂ 50 ਸਾਲ ਤੋਂ ਬਾਅਦ ਆਉਂਦੀਆਂ, ਯੰਗ ਬੰਦੇ ਨੂੰ ਨਹੀਂ ਆਉਂਦੀਆਂ, ਜਵਾਨਾਂ ਨੂੰ ਨਹੀਂ ਆਉਂਦੀਆਂ। ਜਵਾਨਾਂ ਨੂੰ ਗਲਤੀਆਂ ਕਰਨਗੇ ਤੇ ਆਉਣਗੀਆਂ, ਬਜ਼ੁਰਗਾਂ ਨੂੰ ਆਟੋਮੈਟਿਕਲੀ ਆਈ ਜਾਣੀ ਹੈ। ਕਿਉਂ? ਜਵਾਨੀ ਦੇ ਵਿੱਚ ਅਸੀਂ ਆਪਣੀ ਸਪਾਈਨ ਦਾ ਧਿਆਨ ਨਹੀਂ ਕੀਤਾ, ਅਸੀਂ 5 ਕਿਲੋ 10 ਕਿਲੋ ਦਾ weight ਚੁੱਕਿਆ ਅਨਲਿਮਿਟਿਡ, ਅਸੀਂ ਘਰ ਦੇ ਬਾਹਰ ਦੇ ਕੰਮ ਕੀਤੇ ਅਨਲਿਮਿਟਿਡ, ਸਾਰਾ ਜ਼ੋਰ ਕਿੱਥੇ ਸਪਾਈਨ ਤੇ ਹੈ, ਸਰਵਾਈਕਲ ਤੇ ਹੈ, ਲੰਬਰ ਤੇ ਹੈ, ਹਰ ਜਗ੍ਹਾ ਤੇ ਹੈ। ਲੇਕਿਨ ਉਸ ਪ੍ਰੋਬਲਮ ਆਉਣ ਤੋਂ ਬਾਅਦ ਸਾਡਾ ਤੁਰਨਾ ਮੁਸ਼ਕਿਲ ਹੋ ਗਿਆ, ਦਰਦ ਸ਼ੁਰੂ ਹੋ ਗਈ, ਤੁਰਿਆ ਨਹੀਂ ਜਾਂਦਾ, ਬਾਥਰੂਮ ਦੀ ਪ੍ਰੋਬਲਮ ਆ ਗਈ ਹੈ, ਅਸੀਂ ਬੈੱਡ ਜੋਗੇ ਹੋ ਗਏ ਹਾਂ। ਬਟ ਇਮੀਡੀਏਟਲੀ ਕੰਟੈਕਟ ਅ ਨਿਊਰੋਸਰਜਨ, ਇਮੀਡੀਏਟਲੀ ਫॉर द MRI ਕਰਾਓ, ਡਾਇਗਨੋਸ ਕਰਾਓ, ਤਰੀਕੇ ਨਾਲ ਆਪਰੇਟ ਕਰਾਓ, ਵਧੀਆ ਆਪਰੇਸ਼ਨ ਕਰਾਓ। ਆਪਰੇਸ਼ਨ ਦੇ ਨਾਲ ਤੁਹਾਨੂੰ ਰਿਜ਼ਲਟਸ ਇਮੀਡੀਏਟਲੀ ਮਿਲਦੇ ਆ। ਪੇਨ ਰਿਲੀਫ, ਜਿਹੜਾ ਕੰਪਰੈਸ਼ਨ ਹੈ ਉਹ ਰਿਲੀਫ ਹੋ ਗਿਆ, ਉਸ ਤੋਂ ਬਾਅਦ ਮਰੀਜ਼ ਆਟੋਮੈਟਿਕਲੀ 5-6 ਡੇਜ਼ ਦੇ ਦੇਖਦਾ ਕਿ ਯਾਰ ਮੇਰੀ ਲੱਤਾਂ ਵੀ ਫਰਕ ਪੈ ਰਿਹਾ ਹੈ, ਸੁੰਨ ਪੁਨਕ ਘਟ ਰਿਹਾ ਹੈ, ਮੈਨੂੰ ਤੁਰਨ ਦੀ ਸ਼ਕਤੀ ਆ ਰਹੀ ਹੈ, ਮਰੀਜ਼ ਅਗਲੇ ਦਿਨ ਵੀ ਤੁਰ ਸਕਦਾ ਹੈ। ਅਸੀਂ ਸਪਾਈਨ ਦੇ 80-80 ਸਾਲ ਦੇ ਮਰੀਜ਼ਾਂ ਦੇ ਆਪਰੇਟ ਕਰਦੇ ਹਾਂ। ਆਪਰੇਟ ਕਰਨ ਤੋਂ ਬਾਅਦ ਅਸੀਂ ਫਿਕਸੇਸ਼ਨ ਵੀ ਕਰਦੇ ਹਾਂ, ਨਾਲ ਹੀ ਸਪਾਈਨ ਫਿਕਸੇਸ਼ਨ ਕਰਕੇ ਨੈਕਸਟ ਡੇ ਵਾਕਿੰਗ ਦੇ ਦਿੰਦੇ ਹਾਂ। ਸੋ ਇਹ ਟੈਕਨੀਕਸ ਬਹੁਤ ਇਵੋਲਵ ਕਰ ਚੁੱਕੀਆਂ। ਉਹੀ ਮੈਂ ਫਿਰ ਕਹਾਂਗਾ, ਐਂਡਲੈਸ ਟੈਕਨੀਕਸ, ਐਂਡਲੈਸ ਟਾਈਮਸ ਐਂਡ no limit of age। 90 year can be operated। ਜਾਂ ਸਪੌਂਡਿਲਾਈਟਿਸ ਦੀ ਗੱਲ ਕਰ ਲਈਏ, ਇਹ ਵੀ ਕਾਫੀ ਲੋਕਾਂ ਨੂੰ ਜਿਹੜਾ ਹੈਗਾ ਪ੍ਰੋਬਲਮ ਤੋਂ ਜੂਝਦੇ ਰਹਿੰਦੇ ਆ ਲੋਕ, ਔਰ ਇਹਦੇ ਵਿੱਚ ਉਹ ਆਪਦੇ ਆਪ ਨੂੰ ਜਿਹੜੀਆਂ ਟੈਕਨੀਕਸ ਹੈਗੀਆਂ, ਕਈ ਵਾਰ ਉਹ ਆਪਣੇ ਘਰੇਲੂ ਟੋਟਕੇ ਜਾਂ ਕਿਸੇ ਮਲਣ ਵਾਲੇ ਕੋਲੇ ਚਲੇ ਗਏ। ਕੀ ਕਹਿਣਾ ਚਾਹੋਗੇ ਕਿ ਅਗਰ ਉਹ
ਇਹੋ ਜਿਹੀ ਕੰਡੀਸ਼ਨ ਦੇ ਵਿੱਚ ਇੱਕ ਵਧੀਆ ਨਿਊਰੋ ਸਰਜਨ ਨੂੰ ਕੰਸਲਟ ਕਰਦੇ ਆ ਤਾਂ ਤੁਹਾਡੀ ਜ਼ਿੰਦਗੀ ਬਚਦੀ ਹੋ ਸਕਦਾ। ਆਪਰੇਸ਼ਨ ਇਜ਼ ਨਾਟ ਅ ਰਿਜ਼ੋਰਟ, ਕੋਈ ਹਰੇਕ ਚੀਜ਼ ਦਾ ਜਿਹੜਾ ਹੱਲ ਆਪਰੇਸ਼ਨ ਨਹੀਂ ਹੈ। ਤੁਹਾਡੇ ਕੋਲੇ ਮੈਡੀਸਨਸ ਆ, ਤੁਹਾਡੇ ਕੋਲੇ ਅੱਜ ਹਰ ਤਰ੍ਹਾਂ ਦੀਆਂ ਉਹੋ ਜਿਹੀਆਂ ਚੀਜ਼ਾਂ ਹੈਗੀਆਂ ਜਿਹਦੇ ਨਾਲ ਬੰਦਾ ਜਿਹੜਾ ਜ਼ਿੰਦਗੀ ਗੁਜ਼ਾਰ ਸਕਦਾ। ਕੀ ਕਹਿਣਾ ਚਾਹੋਗੇ ਕਿ ਜਦੋਂ ਤੁਹਾਨੂੰ ਡਿਸਕ ਦੀ ਤੁਹਾਡੀ ਪ੍ਰੋਬਲਮ ਹੈਗੀ ਆ, ਤੁਹਾਡਾ ਸਪੌਂਡੇਲਾਈਟਿਸ ਦੀ ਗੱਲ ਕਰਦੀ ਆਪਾਂ, ਗਰਦਨ ਦੀ ਜਿਹੜੀ ਦਰਦ ਹਟਦਾ ਨਹੀਂ ਹੈ, ਤੁਸੀਂ ਉਸ ਟਾਈਮ ਦੇ ਉੱਪਰ ਹੀ ਪਹਿਲੀਆਂ ਸਟੇਜਾਂ ਦੇ ਵਿੱਚ ਕੋਸ਼ਿਸ਼ ਕਰੋ ਆਉਣ ਦੀ, ਨਾ ਕਿ ਮੁੜ ਕੇ ਜਦੋਂ ਪਕਾ ਕੇ ਗਰਮ ਸੇਕ ਕੇ ਦੇ ਕੇ ਔਰ ਉਹਨੂੰ ਚੀਜ਼ ਨੂੰ ਬਿਲਕੁਲ ਔਂ ਕਰਕੇ ਵੀ ਉਹ ਜਿਹੜੀ ਸਹੀ ਨਾ ਹੋਵੇ। ਬਿਲਕੁਲ ਠੀਕ ਹੈ ਡਾਕਟਰ ਸਾਹਿਬ ਤੁਸੀਂ। ਲੋਕ ਬਹੁਤ ਲੇਟ ਆਉਂਦੇ ਆ, ਪਹਿਲੇ ਦੇਸੀ ਇਲਾਜ ਕਰਾਉਂਦੇ ਆ। ਜਿਹੜੇ ਡਾਕਟਰਸ ਦਾ ਉਹਨਾਂ ਨੂੰ ਸਪੈਲਿੰਗ ਨਹੀਂ ਆਉਂਦੇ ਜਿਨ੍ਹਾਂ ਨੂੰ, ਉਹਨਾਂ ਕੋਲ ਜਾ ਕੇ ਸੇਕੇ ਗਲਾਸੀਆਂ ਮਾਲਿਸ਼ਾਂ ਕਰਾ ਕੇ ਜ਼ੋਰ ਪਵਾ ਦਿੰਦੇ, ਆਪਣੀ ਪਿੱਠ ਤੇ ਬੰਦਾ ਹੀ ਖੜਾ ਕਰਾ ਦਿੰਦੇ ਆ। ਇਹੋ ਜਿਹੇ ਮਰੀਜ਼ ਆਉਂਦੇ ਆ, ਉਹਨਾਂ ਦੇ ਵਿੱਚ ਕੀ ਹੁੰਦਾ ਕਿ ਛੋਟੀ ਜਿਹੀ ਪ੍ਰੋਬਲਮ ਹੈ ਉਹ ਵੱਧ ਜਾਂਦੀ ਹੈ, ਡਿਸਕ ਹੋਰ ਬਾਹਰ ਆ ਜਾਂਦੇ ਆ, ਮਣਕੇ ਹਿਲ ਜਾਂਦੇ ਆਪਣੀ ਜਗ੍ਹਾ ਤੋਂ, ਪ੍ਰੈਸ਼ਰ ਪਵਾਉਂਦੇ ਜ਼ੋਰ ਦੀ, ਧੱਕੇ ਲਵਾਉਂਦੇ ਆਪਣੇ ਸਪਾਈਨਾਂ ਨੂੰ ਕਹਿ ਕੇ, ਔਰ ਕੋਈ ਤੇ ਆਉਂਦੇ ਆ ਕਿ ਨਾੜ 'ਚੋਂ ਖੂਨ ਕੱਢ ਦਿੰਦੇ ਆ। ਇਹੋ ਜਿਹੇ ਵੀ ਆ ਰਹੇ ਆ ਕਿ ਅਸੀਂ ਨਾੜ 'ਚੋਂ ਖੂਨ ਕਢਾਇਆ, ਸਾਡੀ ਪਿੱਠ ਦੀ ਦਰਦ 2 ਦਿਨ ਲਈ ਠੀਕ ਹੋਈ, ਫਿਰ ਉੱਥੇ ਹੀ ਆ ਗਈ। ਕੀ ਫਾਇਦਾ ਹੋਇਆ? ਕੋਈ ਫਾਇਦਾ ਨਹੀਂ। ਬਿਲਕੁਲ ਤੁਸੀਂ ਇਹ ਗੱਲ ਵੀ ਸਹੀ ਕਹੀ ਹੈ ਕਿ ਸਾਰਿਆਂ ਦੀ ਸਰਜਰੀ ਦੀ ਰਿਕੁਆਇਰਮੈਂਟ ਨਹੀਂ ਹੈ। ਨੋ, ਐਵਰੀ ਸਪਾਈਨ ਸ਼ੁੱਡ ਨਾਟ ਬੀ ਆਪਰੇਟਿਡ। ਹਰ ਸਪਾਈਨ ਨੂੰ ਆਪਰੇਸ਼ਨ ਦੀ ਲੋੜ ਨਹੀਂ ਹੈ। ਪਹਿਲੇ ਡਾਇਗਨੋਜ਼ ਕਰੋ, MRI ਕਰਵਾਓ, ਉਹਦੇ ਅੰਦਰ ਦੇਖੋ ਕੀ ਪ੍ਰੋਬਲਮ ਹੈ, ਵੈਦਰ ਤੁਸੀਂ ਉਸ ਪ੍ਰੋਬਲਮ ਨੂੰ ਮੈਡੀਸਨਲੀ ਟ੍ਰੀਟ ਕਰ ਸਕਦੇ ਹੋ। ਦਵਾਈਆਂ ਦੇ ਨਾਲ ਬਹੁਤ ਹੱਲ ਹੋ ਜਾਂਦੇ ਆ। ਸਰਵਾਈਕਲ ਸਪਾਈਨ ਦਾ ਆਲਵੇਜ਼ ਆਪਰੇਸ਼ਨ ਨਹੀਂ ਹੁੰਦਾ। ਲੋਕੀ ਡਰ ਜਾਂਦੇ ਆ ਕਿ ਅਸੀਂ ਇੱਕ ਨਿਊਰੋ ਸਰਜਨ ਜਾਂ ਸਪਾਈਨ ਸਰਜਨ ਕੋਲ ਜਾਂਦੇ ਆ, ਉਹ ਸਾਡਾ ਆਪਰੇਟ ਹੀ ਨਾ ਕਰ ਦੇ। ਗਲਤ ਗੱਲ ਹੈ। ਤੁਹਾਨੂੰ ਪਹਿਲੇ ਹੀ ਫਸਟ ਫਾਰਮ ਤੇ ਤੁਹਾਨੂੰ ਪੇਨ ਹੋਈ ਹੈ, ਚੱਕਰ ਆਏ ਹੈ, ਲੱਕ ਦੇ ਵਿੱਚ ਦਰਦ ਹੋਇਆ, ਕੋਈ ਪ੍ਰੋਬਲਮ ਹੋਈ ਹੈ, ਇਮੀਡੀਏਟਲੀ ਆਪਣੇ ਨਿਊਰੋ ਸਰਜਨ ਨੂੰ ਕੰਟੈਕਟ ਕਰੋ, ਉਹਨੂੰ ਦਿਖਾਓ, ਉਹਨੂੰ ਦਿਖਾ ਕੇ ਉਹਦਾ ਡਾਇਗਨੋਸ ਕਰੋ ਕਿ ਡਾਕਟਰ ਸਾਹਿਬ ਵੈਦਰ ਮੈਡੀਸਨ ਨਾਲ ਠੀਕ ਹੋ ਜਾਏਗਾ। ਅਸੀਂ 50 to 60 to 70% ਇਵਨ ਮੈਡੀਸਨ ਨਾਲ ਠੀਕ ਕਰ ਦਿੰਦੇ ਹਾਂ। ਮੈਡੀਸਨਸ ਬਹੁਤ ਹੀ ਅੱਛੀ ਐਡਵਾਂਸ ਆ ਚੁੱਕੀਆਂ, ਪੇਸ਼ੈਂਟ ਨੂੰ ਸਰਜਰੀ ਦੀ ਲੋੜ ਨਹੀਂ ਪੈਂਦੀ ਹੈ। ਇਨ ਕੇਸ ਬਹੁਤ ਜ਼ਿਆਦਾ ਨੈਰੋਇੰਗ ਹੈ, ਕਨਾਲ ਬਹੁਤ ਛੋਟੇ ਹੋ ਗਏ, ਨਾੜਾਂ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਹੈ, ਡਿਸਕ ਬਹੁਤ ਜ਼ਿਆਦਾ ਬਾਹਰ ਆਇਆ ਹੋਇਆ ਕਿ ਸਰਜਰੀ ਹੀ ਕਰਨੀ ਪੈਣੀ ਹੈ, ਦੈਨ ਵੀ ਐਡਵਾਈਜ਼ ਅ ਸਰਜਰੀ। ਸੋ early diagnosis and reaching to the doctor at the earliest, ਜਲਦੀ ਤੋਂ ਜਲਦੀ ਆਪਣੇ ਨਿਊਰੋ ਸਰਜਨ ਨੂੰ ਮਿਲਣਾ, ਉਹਨੂੰ ਮਿਲ ਕੇ ਉਹਨੂੰ ਆਪਣੀ ਪ੍ਰੋਬਲਮ ਸ਼ੇਅਰ ਕਰਨੀ, ਉਹਨੂੰ ਆਪਣਾ ਡਾਇਗਨੋਸ ਕਰਵਾਉਣਾ ਹੀ ਹੱਲ ਹੈ, ਰਾਦਰ ਦੈਨ ਕਿ ਅਸੀਂ ਹਕੀਮਾਂ ਵੈਦਾਂ ਕੋਲ ਜਿਹੜੇ ਇਹੋ ਜਿਹੇ ਆ ਰਹੇ ਛੋਟੇ ਡਾਕਟਰਸ ਹੈਗੇ ਆ, ਜਿਹਨੇ ਸੋ ਕਾਲ ਡਾਕਟਰਸ ਹੈ, ਉਹਨਾਂ ਕੋਲੋਂ ਗਲਤ ਕੰਮ ਕਰਵਾ ਲਈਏ, ਮਾਲਸ਼ੀਆਂ ਕੋਲੋਂ ਜਾ ਕੇ ਆਪਣੀ ਸਪਾਈਨ ਖਰਾਬ ਕਰਾ ਲਈਏ। ਉਹ ਨਹੀਂ ਕਰ ਸਕਦੇ ਠੀਕ ਤੁਹਾਡੀ। ਉਹ ਟੈਂਪਰੇਰੀ ਰਿਲੀਫ ਦਿੰਦੇ ਆ, ਉਹ ਵੀ ਮਸਲ ਰਿਲੈਕਸੇਸ਼ਨ ਦੇ ਕਾਰਨ, ਦੈਟਸ ਇਟ। ਉਸ ਤੋਂ ਬਾਅਦ ਤੁਹਾਨੂੰ ਆਉਣਾ ਹੀ ਪੈਣਾ। ਸੋ ਜਲਦੀ ਆਓ, ਜਲਦੀ ਟ੍ਰੀਟਮੈਂਟ ਕਰਵਾਓ ਔਰ ਜਲਦੀ ਫ੍ਰੀ ਹੋ ਜਾਓ ਸਪਾਈਨ ਪ੍ਰੋਬਲਮ ਤੋਂ। ਡਾਕਟਰ ਸਾਹਿਬ, ਜਿਹੜਾ ਸਿਨੈਰੀਓ ਚੱਲ ਰਿਹਾ ਹੈਗਾ, ਜਿੱਦਾਂ ਇੰਡੀਆ ਜਿਹੜਾ ਹੈਗਾ ਉਹ ਕੈਪੀਟਲ ਬਣ ਗਈ ਹੈ ਸ਼ੂਗਰ ਦੀ, ਕੀ ਕਹਿਣਾ ਚਾਹੋਗੇ ਕਿ ਅਗਰ ਨਿਊਰੋ ਦੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ, ਜਿਵੇਂ ਪਹਿਲਾਂ ਘੱਟ ਆਉਂਦੀਆਂ ਸੀਗੀਆਂ, ਤੁਸੀਂ ਹੁਣ 50 ਈਅਰਸ ਦੀ ਗੱਲ ਕੀਤੀ ਹੈਗੀ ਆ, ਤਾਂ ਮੇਰੇ ਖਿਆਲ 'ਚ ਹਰ ਤੀਜਾ ਚੌਥਾ ਬੰਦਾ ਡਾਇਬਟਿਕ ਹੈਗਾ, ਹਰ ਤੀਜਾ ਚੌਥਾ ਬੰਦਾ ਜਿਹੜਾ ਹੈਗਾ ਉਹ ਕੋਲੈਸਟਰੋਲ ਉਹਦਾ ਵਧਿਆ ਹੋਇਆ, ਉਹ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈਗਾ, ਹਾਰਟ ਦੇ ਉੱਤੇ ਉਹਦੇ ਪ੍ਰੈਸ਼ਰਸ ਪਏ ਹੋਏ ਹੈਗੇ ਆ, ਔਰ ਇੱਕ ਟੈਨਸ਼ਨ ਜਿਹੜੀ ਹੈਗੀ ਆ, ਜਿਸ ਤਰੀਕੇ ਦਾ ਸਿਨੈਰੀਓ ਆ, ਲੋਕ ਮੁਕਾਬਲੇ ਕਰਦੇ ਨੇ। ਲੋਕ ਇਹ ਨਹੀਂ ਸੋਚਦੇ ਵੀ ਯਾਰ ਜਿਹੜੇ ਆਪਣੇ ਤੋਂ, ਜੇ ਆਪਾਂ ਇੱਕ 5000 ਰੁਪਇਆ ਡੇਲੀ ਦਾ ਕਮਾ ਰਿਹਾ ਬੰਦਾ, ਤੇ ਜਿਹੜਾ 500 ਵਾਲਾ ਬੰਦਾ ਉਹ ਵੀ ਜ਼ਿੰਦਗੀ ਜਿਉ ਰਿਹਾ ਯਾਰ, ਉਹ 10ਵਾਂ ਹਿੱਸਾ ਕਮਾ ਕੇ ਤੁਹਾਡੇ ਤੋਂ ਇੰਜੋਏ ਕਰ ਰਿਹਾ, ਉਹ ਵੀ ਲਾਈਫ ਜਿਉ ਰਿਹਾ, ਉਹ ਵੀ ਰੋਟੀ ਖਾ ਰਿਹਾ, ਉਹ ਵੀ ਇੰਜੋਏ ਕਰ ਰਿਹਾ। ਅੱਜ ਦਾ ਜਿਹੜਾ ਸਿਨੈਰੀਓ ਆ, ਜਿਹਦੇ ਵਿੱਚ ਲੋਕ ਜਿਹੜੇ ਹੈਗੇ ਆਪਣੇ ਆਪ ਆਪਣੇ ਤੇ ਪ੍ਰੈਸ਼ਰ ਪਾ ਕੇ ਆਪਣੇ ਆਪ ਨੂੰ ਉਹ ਪਜਲ ਕਰਦੇ ਨੇ, ਸ਼ੂਗਰ ਦੇ ਨਾਲ ਗ੍ਰਸਤ ਹੁੰਦੇ ਨੇ, ਬਿਲਕੁਲ ਕਿਸੇ ਦਾ ਧਿਆਨ ਨਹੀਂ ਹੈ, ਜੰਕ ਫੂਡਸ ਹੈਗੇ ਆ, ਸਾਰਾ ਦਿਨ ਉਹਨਾਂ ਨੇ ਖਾਈ ਪੀ ਜਾਣਾ, ਜਿਹੜਾ ਚੀਜ਼ ਆਵੇ ਖਿੱਚੀ ਜਾਣੀ ਆ। ਕੀ ਕਹਿਣਾ ਚਾਹੋਗੇ ਕਿ ਇਹ ਨਿਊਰੋ ਦੇ ਜਿਹੜੇ ਪੇਸ਼ੈਂਟਸ ਹੈਗੇ ਉਹ ਤਾਂ ਹੀ ਬਣਦੇ ਨੇ, ਔਰ ਨਿਊਰੋ ਦੀ ਜਿਹੜੀ ਅਗਰ ਆਪਾਂ ਗੱਲ ਕਰੀਏ ਅੱਜ ਦੀ, ਕਿਉਂਕਿ ਲੋਕ ਅਵੇਅਰ ਹੋ ਗਏ, ਕਿਸੇ ਜ਼ਮਾਨੇ 'ਚ ਅਵੇਅਰ ਨਹੀਂ ਸੀ, ਹੁਣ ਅਵੇਅਰਨੈਸ ਬਹੁਤ ਜ਼ਿਆਦਾ ਵੱਧ ਗਈ ਆ, ਉਹਦੇ ਨਾਲ ਜਿਹੜਾ ਹੈਗੇ ਆ ਇਹ ਚੀਜ਼ਾਂ, ਡਾਕਟਰਸ ਆ ਜਿਹੜੇ, ਤੁਸੀਂ ਡਾਕਟਰਸ ਨੇ ਨਈਆਂ ਟੈਕਨੀਕਸ ਲੈ ਆਂਦੀਆਂ, ਚੀਰੇ ਨਹੀਂ ਲਾਉਣੇ, ਹੋਰ ਨਹੀਂ ਕਰਨੇ, ਇੱਕ ਦਿਨ 'ਚ ਭੇਜ ਦੇਣਾ ਬੰਦੇ ਨੂੰ। ਕੀ ਕਹਿਣਾ ਚਾਹੋਗੇ? ਬਿਲਕੁਲ ਠੀਕ ਗੱਲ ਹੈ ਡਾਕਟਰ ਸਾਹਿਬ ਕਿ ਜਿਹੜੇ ਸ਼ੂਗਰ ਦੇ ਮਰੀਜ਼ ਹੈ, ਔਰ ਸ਼ੂਗਰ ਅੱਜ ਕੱਲ੍ਹ ਬਹੁਤ ਜ਼ਿਆਦਾ ਹਰ ਘਰ 'ਚ ਆ ਰਹੀ ਹੈ, ਹਿਸਟਰੀ ਨਾ ਵੀ ਹੋਵੇ, ਫਾਦਰ ਨੂੰ, ਮਦਰ ਨੂੰ, ਪੇਰੈਂਟਲ ਸਾਈਡ, ਆਪਣਾ ਇਨ-ਲॉ ਸਾਈਡ, ਕਿਸੇ ਵੀ ਸਾਈਡ ਹਿਸਟਰੀ ਨਾ ਵੀ ਹੋਵੇ ਤਾਂ ਵੀ ਪੇਸ਼ੈਂਟ ਨੂੰ ਸ਼ੂਗਰ ਆ ਜਾਂਦੀ ਹੈ। ਅੱਜ ਕੱਲ੍ਹ ਜਿਹੜੇ ਈਟਿੰਗ ਹੈਬਿਟਸ ਹੈ ਬਹੁਤ ਚੇਂਜ ਹੋ ਚੁੱਕੀਆਂ ਲੋਕਾਂ ਦੀਆਂ, ਉਹਦੇ ਕਾਰਨ ਸ਼ੂਗਰ ਜਲਦੀ ਹੋਣਾ, ਪੈਰੀਫਰਲ ਨਿਊਰੋਪੈਥੀ, ਨਾੜਾਂ 'ਚ ਸਾੜ ਪੈਣਾ, ਠੰਡਾ ਗਰਮ ਜਲਦੀ ਲੱਗ ਪੈਣਾ, ਔਰ ਦਰਦ ਹੀ ਰਹਿਣੀ ਪੈਰਾਂ ਦੇ ਵਿੱਚ। ਲੋਕੀ ਥੋੜ੍ਹਾ ਜਿਹਾ ਮਿੱਠਾ ਖਾਂਦੇ ਆ ਸਵੇਰੇ ਤੇ ਰਾਤੀ ਲੱਤਾਂ 'ਚ ਦਰਦ ਹੋ ਰਹੀ ਹੁੰਦੀ ਸ਼ੂਗਰ ਦੇ ਮਰੀਜ਼ਾਂ ਨੂੰ, ਜੀ ਨਹੀਂ ਪਾਉਂਦੇ, ਰਿਹਾ ਵੀ ਨਹੀਂ ਜਾਂਦਾ ਉਹਨਾਂ ਕੋਲੋਂ। ਬਟ ਔਰ ਜਿਹੜੀਆਂ ਈਟਿੰਗ ਹੈਬਿਟਸ ਇੰਨੀਆਂ ਗੰਦੀਆਂ ਹੋ ਗਈਆਂ, ਈਟਿੰਗ ਹੈਬਿਟਸ ਕਿ ਜੰਕ ਫੂਡ ਖਾਈ ਜਾਣਾ ਹੈ,
ਇੱਕ ਕੋਈ ਚਾਈਨੀਜ਼ ਫੂਡ ਹੈ, ਬਾਹਰ ਦਾ ਕੰਟੀਨੈਂਟਲ ਥਾਈ ਫੂਡ, ਥੀਸ ਆਰ ਆਲ ਕ੍ਰੀਏਟਿੰਗ ਅ ਪ੍ਰੋਬਲਮ ਇਨ ਦ ਲਾਈਫ ਆਫ ਅ ਪਰਸਨ। ਸੋ ਬੈਟਰ ਇਹੋ ਹੀ ਹੋਏਗਾ ਕਿ ਅਸੀਂ ਇੱਕ ਨੋਰਮਲ ਘਰ ਦਾ ਸਾਫ ਸੁਥਰਾ ਖਾਣਾ ਖਾਈਏ, ਖਾਣਾ ਖਾ ਕੇ ਆਪਣੇ ਸਰੀਰ ਨੂੰ ਹੈਲਦੀ ਰੱਖੀਏ, ਰਾਦਰ ਦੈਨ ਇੱਕ ਡਿਜ਼ੀਜ਼ ਪ੍ਰੋਸੈਸ ਨੂੰ ਆਪਣੇ ਇਨਵਾਈਟ ਕਰੀਏ ਬਾਹਰ ਦਾ। ਬੋਡੀ ਦੇ ਵਿੱਚ ਇੱਕ ਆਟੋ ਸਿਸਟਮ ਲੱਗਾ ਹੋਇਆ ਸਾਡੀ ਬੋਡੀ ਆਪਣੇ ਆਪ ਸਾਡੇ ਕਚਰੇ ਨੂੰ ਬੋਡੀ ਚੋਂ ਕੱਢ ਦਿੰਦੀ ਹੈ ਅਗਰ ਅਸੀਂ ਹੈਲਦੀ ਤੇ ਨਿਊਟ੍ਰੀਸ਼ੀਅਸ ਫੂਡ ਖਾਂਦੇ ਹਾਂ। ਸਾਨੂੰ ਆਪਣੀ ਸਿਹਤ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਯੰਗਸਟਰਸ ਔਰ ਓਲਡ ਪੀਪਲ ਜਿਹੜੇ ਜਿਮ ਜਾ ਸਕਦੇ ਹੈ, ਜਿਮ ਕਰਨ, ਕਾਰਡੀਓ ਵਰਕਆਊਟ ਕਰਨ, ਜਿਹੜੇ ਨਹੀਂ ਜਾ ਸਕਦੇ ਮਾਰਨਿੰਗ 'ਚ ਸੈਰ ਕਰਨ। ਮਾਰਨਿੰਗ ਵਾਕ ਇਜ਼ ਦ ਬੈਸਟ ਆਫ ਐਵਰ। ਨੋ ਜਿਮਿੰਗ, ਨਥਿੰਗ, ਨੋ ਪ੍ਰੋਬਲਮ, ਬਟ ਮਾਰਨਿੰਗ ਵਾਕ 1 ਘੰਟੇ ਦੀ ਕੀਤੀ ਹੋਈ ਤੁਹਾਡੀ ਬੋਡੀ 'ਚੋਂ 90% ਇੰਪਿਊਰਿਟੀਜ਼ ਦੂਰ ਕਰ ਦਿੰਦੀ ਹੈ, ਤੁਹਾਡੀ ਬੋਡੀ ਨੂੰ ਬਹੁਤ ਇੱਕ ਰਿਲੈਕਸੇਸ਼ਨ ਦਿੰਦੀ ਹੈ। ਪ੍ਰੋਪਰ ਸਲੀਪ, ਸੋਣਾ, ਪ੍ਰੋਪਰ ਸੋਵੋ, 6 ਤੋਂ 8 ਘੰਟੇ ਦੀ ਨੀਂਦ ਪ੍ਰੋਪਰ ਲਵੋ, ਉਹਦੇ ਨਾਲ ਤੁਹਾਡੀ ਬੋਡੀ ਦੀ ਹੀਲਿੰਗ ਸ਼ੁਰੂ ਹੋ ਜਾਂਦੀ ਹੈ। ਮਲਟੀਪਲ ਹਾਰਮੋਨਸ ਜਿਹੜੇ ਨੇ ਪ੍ਰੋਡਿਊਸ ਹੁੰਦੇ ਨੇ ਔਰ ਉਹ ਇੱਕ ਗੁੱਡ ਨੈਚੁਰਲ ਵੇ ਦੇ ਨਾਲ ਤੁਹਾਡੀ ਬੋਡੀ ਨੂੰ ਹੀਲ ਕਰਦੇ ਆ, ਸਾਫ਼ ਕਰਦੇ ਆ। ਡਾਈਟ ਅੱਛੀ ਰੱਖੋ, ਮੋਬਾਈਲ ਨੂੰ ਘੱਟ ਯੂਜ਼ ਕਰੋ, ਟੀਵੀ ਨੂੰ ਘੱਟ, ਮੀਡੀਆ ਐਂਟਰਟੇਨਮੈਂਟ ਤੋਂ ਘੱਟ ਬਚ ਕੇ ਰਹੋ। ਡਾਈਟਰੀ ਹੈਬਿਟਸ ਅੱਛੀਆਂ ਹੋਣਗੀਆਂ, ਉਹਦੇ ਕਾਰਨ ਤੁਹਾਡੇ ਸਰੀਰ ਦੇ ਅੰਦਰ ਡਿਜ਼ੀਜ਼ ਪ੍ਰੋਸੈਸ ਘੱਟ ਆਏਗਾ। ਆਪਣੀ ਬੋਡੀ ਨੂੰ ਨੈਚੁਰਲ ਵੇ ਨਾਲ ਵੀ ਤੁਸੀਂ ਠੀਕ ਕਰ ਸਕਦੇ ਹੋ, ਰਾਦਰ ਦੈਨ ਕਿ ਇੱਕ ਬੈਡ ਇਨਵਾਇਰਨਮੈਂਟ ਨੂੰ ਇਨਵਾਈਟ ਕਰੀ ਜਾਣਾ ਡੇ ਐਂਡ ਨਾਈਟ। ਦੱਸੋ ਯੂ ਆਰ ਐਨ ਇੰਸਟੀਟਿਊਸ਼ਨ, ਯੂ ਹੈਵ ਲੌਂਗ ਡਾਟਾ। ਦਰਸ਼ਕੋ, ਆਪਾਂ ਨੂੰ ਅੱਜ ਬੜਾ ਸੁਭਾਗਿਆ ਹੈਗਾ ਕਿ ਆਪਾਂ ਡਾਕਟਰ ਰਾਘਵ ਦੇ ਨਾਲ ਬਣੇ ਹੋਏ ਸੀ ਜਿਹੜੇ ਨਿਊਰੋ ਸਰਜਨ ਨੇ ਔਰ ਕ੍ਰੋਨਿਕ ਤੋਂ ਕ੍ਰੋਨਿਕ ਜਿਹੜੇ ਕੇਸਿਸ ਹੈਗੇ ਆ ਉਹਨਾਂ ਨੂੰ ਵੀ ਸੋਲਵ ਕਰ ਰਹੇ ਨੇ। ਡਾਕਟਰ ਸਾਹਿਬ, ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਔਰ ਆਪਣਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਦੇ ਲਈ ਪੰਜਾਬ ਪਲੱਸ ਦੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਡਾਕਟਰ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ।